ਸ੍ਰੀ ਅਕਾਲ ਸਾਰਿਆਂ ਨੂੰ। ਆਪ ਜੀ ਦਾ ਸਾਡੇ ਪੰਜਾਬੀ ਕਲਾਸਿਸ ਚੈਨਲ ਵਿੱਚ ਬਹੁਤ ਸਵਾਗਤ ਹੈ। ਅੱਜ ਅਸੀਂ 9th ਕਲਾਸ ਦੇ ਸਾਹਿਤਮਾਲਾ ਬੁੱਕ ਵਿੱਚ ਕਵਿਤਾ ਨਵੀਂ ਪੁਰਾਣੀ ਤਹਿਜ਼ੀਬ ਪੜ੍ਹਾਂਗੇ ਅਤੇ ਇਸ ਤੋਂ ਪਹਿਲਾਂ ਅਸੀਂ ਵਿਧਾਤਾ ਸਿੰਘ ਧੀਰ ਦੀ ਸ਼ਖਸੀਅਤ ਅਤੇ ਰਚਨਾ ਪੜ੍ਹਾਂਗੇ। ਵਿਧਾਤਾ ਸਿੰਘ ਧੀਰ ਦਾ ਜਨਮ ਪਿੰਡ ਘਰੋਟ ਜ਼ਿਲ੍ਹਾ ਰਾਵਲਪਿੰਡੀ ਪਾਕਿਸਤਾਨ ਵਿੱਚ 15 ਅਗਸਤ 1901 ਈਸਵੀ ਪਿਤਾ ਸਹੀਰਾ ਸਿੰਘ ਅਤੇ ਮਾਤਾ ਕਹਾਣੀ ਦੇਵੀ ਦੇ ਘਰ ਹੋਇਆ। ਭਾਵੇਂ ਆਪ ਨੂੰ ਬਕਾਇਦਾ ਵਿੱਦਿਆ ਪ੍ਰਾਪਤੀ ਦਾ ਸੁਭਾਵ ਪ੍ਰਾਪਤ ਨਾ ਹੋਇਆ, ਪਰ ਆਪ ਨੇ ਅਕਾਲੀ ਲਹਿਰ ਦੇ ਪ੍ਰਭਾਵ ਹੇਠ ਆ ਕੇ ਲਿਖਣਾ ਸ਼ੁਰੂ ਕਰ ਦਿੱਤਾ। ਆਪ ਬਹੁਤ ਹੀ ਧਾਰਮਿਕ ਅਤੇ ਸਟੇਜੀ ਕਵਿਤਾ ਲਿਖਦੇ ਸਨ। ਆਪ ਦੀਆਂ ਕਵਿਤਾਵਾਂ ਦੀ ਪੰਜਾਬੀ ਬਹੁਤ ਠੇਠ ਹੈ। ਵਿਧਾਤਾ ਸਿੰਘ ਧੀਰ ਕਵੀ ਦਰਬਾਰਾਂ ਦੀ ਸ਼ਾਨ ਸਮਝਦੇ ਜਾਂਦੇ ਸਨ। ਸਰਲਤਾ, ਸਪਸ਼ਟਤਾ ਅਤੇ ਸਾਦਗੀ ਆਪ ਦੀ ਕਾਵਿ ਸ਼ੈਲੀ ਦੇ ਮੁੱਖ ਗੁਣ ਹਨ। ਵਿਧਾਤਾ ਸਿੰਘ ਧੀਰ ਦਾ ਦੇਹਾਂਤ 1973 ਈਸਵੀ ਵਿੱਚ ਹੋਇਆ। ਆਪ ਜੀ ਦੀਆਂ ਮੁੱਖ ਕਵੀ ਰਚਨਾ ਇਹ ਹਨ: ਗੂੰਗੇ ਗੀਤ, ਬੰਦਾ ਸਿੰਘ ਬਹਾਦਰ, ਨਵੇਂ ਨਿਸ਼ਾਨੇ, ਅੜਿਆਲੇ ਤੀਰ ਅਤੇ ਦਸ਼ਮੇਸ਼ ਦਰਸ਼ਨ ਅਤੇ ਕਾਲ ਕੂਕਾਂ ਆਦਿ। ਅਤੇ ਇਹ ਸਾਰੀਆਂ ਵਿਧਾਤਾ ਸਿੰਘ ਧੀਰ ਦੀ ਬਾਰੇ ਵਿੱਚ ਸੀਗਾ ਜੋ ਅਸੀਂ ਪੜ੍ਹਿਆ। ਇਹਨਾਂ ਦੀ ਰਚਨਾਵਾਂ ਵੀ ਅਸੀਂ ਪੜ੍ਹ ਲਈ ਹਨ। ਇਹਨਾਂ ਦਾ ਦੇਹਾਂਤ 1973 ਈਸਵੀ ਵਿੱਚ ਹੋਇਆ ਸੀਗਾ ਅਤੇ ਇਹਨਾਂ ਦਾ ਜਨਮ 15 ਅਗਸਤ 1901 ਈਸਵੀ ਵਿੱਚ ਹੋਇਆ ਸੀ। ਅਤੇ ਹੁਣ ਅਸੀਂ ਇਹਨਾਂ ਦੀ ਕਵਿਤਾ ਪੜ੍ਹਾਂਗੇ। ਨਵੀਂ ਪੁਰਾਣੀ ਤਹਿਜ਼ੀਬ। ਹੱਥ ਵੇਲਾ ਨਹੀਂ ਆਉਂਦਾ, ਹੱਥੋਂ ਜੋ ਗਵਾਚ ਗਿਆ, ਉਹ ਜ਼ੋਬਨ ਨਹੀਂ ਮੁੜਦਾ ਜੋ ਪੱਤਰਾਂ ਵਾਚ ਗਿਆ। ਅਤੇ ਇਸ ਲਾਈਨ ਵਿੱਚ ਸਾਨੂੰ ਇਹ ਆਖਿਆ ਗਿਆ ਹੈ, ਉਹ ਸਮਾਂ ਮੁੜ ਵਾਪਸ ਨਹੀਂ ਆਉਂਦਾ ਜੋ ਹੱਥੋਂ ਖਿਸਕ ਜਾਂਦਾ ਹੈ, ਅਤੇ ਨਾ ਹੀ ਉਹ ਸਮਾਂ ਕਦੇ ਵਾਪਸ ਆਉਂਦਾ ਅਤੇ ਸਾਨੂੰ ਕਦੋਂ ਵੀ ਪ੍ਰਾਪਤ ਨਹੀਂ, ਅਤੇ ਉਹ ਜਵਾਨੀ ਮੁੜ ਮਿਲਦੀ ਹੈ ਜੋ ਇੱਕ ਵਾਰੀ ਚਲੀ ਜਾਂਦੀ ਹੈ। ਪਾਣੀ ਦਰਿਆਵਾਂ ਦੇ ਇੱਕ ਵਾਰ ਜੋ ਵਹਿ ਗਏ ਹਨ, ਪਰਤਣ ਦਾ ਪਤਣਾ ਤੇ ਇਹ ਦਾਣੇ ਕਹਿ ਗਏ ਹਨ। ਤਦਬੀਰ ਲਿਆਵੇ ਕਿਵੇਂ ਤਕਦੀਰ ਜੋ ਲੈ ਗਈ ਹੈ, ਗੱਲਾਂ ਹਨ ਚੱਲੀਆਂ ਤਾਂ ਗੱਲ ਕਰਨੀ ਪੈ ਗਈ। ਇੱਕ ਵਾਰ ਪਤਣਾ ਵਿੱਚ ਲੱਗ ਜਾਂਦੇ ਹਨ, ਉਹ ਦੁਬਾਰਾ ਕਦੇ ਪਤਣਾ ਉੱਤੇ ਵਾਸ ਨਹੀਂ ਆਉਂਦੇ। ਜਿਸ ਚੀਜ਼ ਨੂੰ ਸਾਡੀ ਕਿਸਮਤ ਨੇ ਇੱਕ ਵਾਰ ਖੋਹ ਲਿਆ ਹੋਵੇ, ਉਹ ਸਾਡੇ ਯਤਨ ਕਰਨ ਤੋਂ ਵੀ ਵਾਪਸ ਨਹੀਂ ਆਉਂਦੀ। ਕਵੀ ਕਹਿੰਦੇ ਹਨ, ਜਦੋਂ ਪੁਰਾਣੀ ਨਹੀਂ ਨਵੀਂ ਸੱਭਿਅਤਾ ਨੂੰ ਲੈ ਕੇ ਗੱਲਾਂ ਚੱਲੀਆਂ ਹਨ, ਇਸ ਲਈ ਉਸ ਨੂੰ ਇਸ ਬਾਰੇ ਗੱਲ ਕਰਨ ਦੀ ਲੋੜ ਦਾ ਅਹਿਸਾਸ ਹੋ ਰਿਹਾ ਸੀ। ਤੇ ਦੂਜੀ ਕਵਿਤਾ ਹੈ, ਤਹਿਜ਼ੀਬ ਗਵਾਈ ਨਹੀਂ, ਅਸਾਂ ਅਕਲ ਗਵਾ ਲਈ ਹੈ। ਕਪਲਾ ਗਊ ਦੇ ਘਰੋਂ ਇੱਕ ਖੋਤੀ ਵਟਾ ਲਈ ਹੈ। ਦੁੱਧ ਪੀਣੋਂ ਰਹਿ ਗਏ ਹਾਂ, ਲਿੱਧ ਝੋਲੀ ਪਾ ਲਈ ਹੈ। ਕੀ ਲਈ ਤਹਿਜ਼ੀਬ ਨਹੀਂ, ਗੱਲ ਜ਼ਹਿਮਤ ਪਾ ਲਈ ਹੈ। ਜੇ ਇਹੀ ਕਹੀ ਦੇਈਏ, ਮਾਸਾ ਨਹੀਂ ਝੁੱਟ ਗਈ, ਰਿਸ਼ੀਆਂ ਦੇ ਝੋਕੇ ਵਿੱਚ ਪੱਛਮ ਦੀ ਝੂਟ ਕੋਈ। ਆਈ ਅਗ ਲੈਣ ਲਈ ਆ ਕੇ ਘਰ ਪਾ ਬੈਠੀ, ਭਾਰਤ ਦਾ ਸੌਪੂਣਾ ਸਭ ਚਿਣ ਕੇ ਖਾ ਬੈਠੀ। ਤਾਂ ਇਸ ਵਿੱਚ ਤਹਿਜ਼ੀਬ ਦਾ ਮਤਲਬ ਹੁੰਦਾ ਹੈ ਸੱਭਿਅਤਾ। ਤੇ ਕਪਲਾ ਗਊ ਦਾ ਮਤਲਬ ਹੁੰਦਾ ਹੈ ਇੱਕ ਗਊ ਜੋ ਮਨ ਰਿਤਵੇ ਪਦਾਰਥ ਦਿੰਦੀ ਹੈ। ਤੇ ਜ਼ਹਿਮਤ ਦਾ ਮਤਲਬ ਹੁੰਦਾ ਹੈ ਰੋਗ, ਕੋਈ ਬਿਮਾਰੀ, ਕੋਈ ਦੁੱਖ ਦਰਦ। ਤੇ ਸੌਪਣਾ ਦਾ ਮਤਲਬ ਹੁੰਦਾ ਹੈ ਸ਼ਰਾਫਤ। ਤਾਂ ਇਸ ਦੀ ਵਿਆਖਿਆ ਮੈਂ ਤੁਹਾਨੂੰ ਬਹੁਤ ਆਸਾਨ ਸ਼ਬਦਾਂ ਵਿੱਚ ਕਰਾਂਗੀ। ਤੇ ਕਵੀ ਦੱਸਦੇ ਹੈ ਕਿ ਅਸੀਂ ਆਪਣੀ ਸੱਭਿਅਤਾ ਹੀ ਨਹੀਂ ਗਵਾਈ, ਸਗੋਂ ਉਸ ਨੂੰ ਇੰਝ ਲੱਗਦਾ ਹੈ ਕਿ ਅਸੀਂ ਆਪਣੀ ਅਕਲ ਵੀ ਗਵਾ
ਦਿੱਤੀ, ਕਿਉਂਕਿ ਜੇ ਅਸੀਂ ਅਕਲ ਨਾਲ ਸੋਚਦੇ ਤਾਂ ਕਦੇ ਵੀ ਪੁਰਾਣੀ ਸੱਭਿਅਤਾ ਛੱਡ ਕੇ ਨਵੀਂ ਸੱਭਿਅਤਾ ਨਾ ਅਪਣਾਉਂਦੇ। ਸਾਡੀ ਤਹਿਜ਼ੀਬ, ਸਾਡੀ ਸੱਭਿਅਤਾ ਭਾਵ ਪੁਰਾਣੀ ਸੱਭਿਅਤਾ ਦਾ ਪਵਿੱਤਰ ਕਪਲਾ ਗਊ ਵਾਂਗ ਹੈ। ਅਸੀਂ ਘਰੋਂ ਕਪਲਾ ਗਊ ਕੇ ਇਸ ਦੀ ਵੱਟੇ ਇੱਕ ਖੋਤੀ ਲੈ ਲਈ ਹੈ, ਭਾਵ ਅਸੀਂ ਚੰਗੀ ਸੱਭਿਅਤਾ ਗਵਾ ਕੇ ਪੈੜੀ ਨਵੀਂ ਸੱਭਿਅਤਾ ਅਪਣਾ ਲਈ ਹੈ। ਇਸ ਤਰ੍ਹਾਂ ਅਸੀਂ ਕਪਲਾ ਗਊ ਦਾ ਪਵਿੱਤਰ ਦੁੱਧ ਪੀਣ ਤੋਂ ਵਾਂਝੋ ਰਹਿ ਗਏ ਹਾਂ ਅਤੇ ਖੋਤੀ ਦੀ ਲਿੱਦ ਆਪਣੀ ਝੋਲੀ ਪਾ ਲਈ ਹੈ। ਅਸੀਂ ਨਵੀਂ ਸੱਭਿਅਤਾ ਕਹਾਣੀ ਅਪਣਾਉਣੀ ਹੈ, ਅਸੀਂ ਤਾਂ ਗਲ ਬਿਮਾਰੀ ਪਾ ਲਈ ਹੈ। ਅਸੀਂ ਜੋ ਨਈ ਸੱਭਿਅਤਾ ਜੋ ਅਸੀਂ ਮੰਨਦੇ ਹਨ ਉਹ ਅਸੀਂ ਇੱਕ ਗਲੇ 'ਚ ਫਾਂਸੀ ਦੀ ਤਰ੍ਹਾਂ ਬੰਨ੍ਹ ਲਈ ਹੈ। ਇਸ ਨੇ ਭਾਰਤ ਦੇ ਮੂਲ ਆਧਾਰ ਸ਼ਰਾਫਤ ਖਤਮ ਕਰ ਦਿੱਤੀ ਹੈ। ਸਿੱਟੇ ਵਜੋਂ ਇੱਥੇ ਲੱਚਨਪੁਣਾ ਪ੍ਰਦਾਨ ਹੋ ਗਿਆ ਹੈ। ਤੇ ਤੀਜੀ ਕਵਿਤਾ ਹੈ ਜੋ ਅੱਜ ਤੀਕ ਨਹੀਂ ਆਖੀ ਉਹ ਆਖੀ ਜਾਣੀ ਹੈ। ਉਹ ਦੁੱਧ ਦੀ ਬਰਕਤ ਦਾ ਇਹ ਫੁੱਟ ਜਾ ਪਾਣੀ ਹੈ। ਉਹ ਜੀਵਨ ਦੇਂਦੀ ਸੀ, ਉਹ ਇਹ ਜੀਵਨ ਲੈਂਦੀ ਹੈ। ਉਹ ਖਾਣ ਨੂੰ ਦੇਂਦੀ ਸੀ, ਇਹ ਖਾਣ ਨੂੰ ਪੈਂਦੀ ਹੈ। ਉਹ ਭਾਂ ਬਣਾਉਂਦੀ ਸੀ, ਉਹ ਬਹਾਵਾਂ ਬੰਦੀ ਹੈ। ਉਹ ਭੋਲੀ ਭਾਲੀ ਸੀ, ਇਹ ਚੰਚਲ ਮੰਦੀ ਹੈ। ਉਹ ਵੀਰ ਮਨਾਉਂਦੀ ਸੀ, ਇਹ ਵੀਰ ਲੜਾਉਂਦੀ ਹੈ। ਉਹ ਛਾਵੇਂ ਸੁੱਟਦੀ ਸੀ, ਇਹ ਸੁੱਕਣੇ ਪਾਉਂਦੀ ਹੈ। ਉਸ ਵਿੱਚ ਇੱਕ ਕਰਦਾ ਸੀ, ਸਭ ਟੱਬਰ ਖਾਂਦਾ ਸੀ ਸਮੇਂ ਆਜ਼ਾਦੀ ਦੇ ਹਿੰਦ ਢੋਲੇ ਖਾਂਦਾ ਸੀ। ਤੀਸਰੀ ਵਿਆਖਿਆ ਕਿ ਕਵੀ ਕਹਿੰਦਾ ਹੈ ਕਿ ਪੁਰਾਣੀ ਅਤੇ ਨਵੀਂ ਸੱਭਿਅਤਾ ਬਾਰੇ ਜਿਹੜੀ ਗੱਲ ਅੱਗੇ ਕਿਸੇ ਨਹੀਂ ਕਹੀ ਹੁਣ ਮਜਬੂਰਨ ਕਹਿਣੀ ਪੈਣੀ ਹੈ। ਪੁਰਾਣੀ ਸੱਭਿਅਤਾ ਬਰਕਤਾਂ ਭਰੀਆਂ ਦੁੱਧ ਸੀ, ਭਾਵ ਅੱਗੇ ਅਸੀਂ ਇੱਕ ਮੁੱਠ ਸਾਹ ਭਰ ਲਈ ਸੱਭਿਅਤਾ ਫੁੱਟ ਦਾ ਪਾਣੀ ਹੈ, ਭਾਵ ਹੁਣ ਅਸੀਂ ਵੱਡੇ ਹੋਏ ਹਾਂ। ਕਵੀ ਕਹਿੰਦੇ ਹੈ ਕਿ ਪੁਰਾਣੀ ਸੱਭਿਅਤਾ ਦਾ ਜੀਵਨ ਦਾਨ ਦਿੰਦੀ ਸੀ, ਪੱਛਮੀ ਸੱਭਿਅਤਾ ਜੀਵਨ ਖੋਲ ਲੈਣੀ ਵਾਲੀ ਹੈ। ਉਹ ਸੱਭਿਅਤਾ ਸਭ ਨੂੰ ਖਾਣ ਨੂੰ ਦਿੰਦੀ ਸੀ, ਪਰ ਇਹ ਅੱਗੋਂ ਖਾਣ ਨੂੰ ਟੁੱਟ ਪੈਂਦੀ ਹੈ। ਪਹਿਲਾਂ ਸਭ ਮਿੱਠੇ ਬੋਲਦੇ ਸਨ, ਪਰ ਹੁਣ ਇੱਕ ਦੂਜੇ ਨੂੰ ਖਿੱਚ ਕੇ ਪੈਂਦੇ ਹਨ। ਪੁਰਾਣੀ ਸੱਭਿਅਤਾ ਰੁੱਸੇ ਹੋਏ ਭਰਾਵਾਂ ਨੂੰ ਮਨਾਉਂਦੀ ਸੀ, ਪਰ ਹੁਣ ਤਾਂ ਲੜਵਾਉਂਦੀ ਹੈ। ਪੁਰਾਣੇ ਸਮੇਂ ਵਿੱਚ ਸਬਰ ਸੰਤੋਖ ਸੀਗਾ ਤੇ ਹੁਣ ਤਾਂ ਲੜਾਈ ਝਗੜਾ ਹੀ ਰਹਿ ਗਿਆ ਹੈ। ਘਰ ਦਾ ਇੱਕ ਮੈਂਬਰ ਕਮਾਉਂਦਾ ਸੀਗਾ ਤੇ ਭਾਵ ਕਮਾਉਂਦਾ ਸੀਗਾ ਕਿ ਪੂਰਾ ਟੱਬਰ ਬੈਠ ਕੇ ਖਾਂਦਾ ਸੀ, ਪਰ ਹੁਣ ਸਾਰੇ ਜਣੇ ਕਮਾਉਂਦੇ ਹਨ, ਫਿਰ ਵੀ ਗੁਜ਼ਾਰਾ ਨਹੀਂ ਚੱਲਦਾ। ਉਸ ਸੱਭਿਅਤਾ ਵਿੱਚ ਹਰ ਕੋਈ ਪੰਜਾਬੀ ਵਿੱਚ ਵਿਸਾਰਦਾ ਸੀ ਅਤੇ ਖੁਸ਼ੀ ਦੇ ਗੀਤ ਗਾਉਂਦਾ ਸੀ, ਪਰ ਇਸ ਵਿੱਚ ਸਭ ਬੜੇ ਹੀ ਦੁਖੀ ਹਨ। ਇਸ ਵਿੱਚ ਮਰ ਕੇ ਵੀ ਸਭ ਭੁੱਖੇ ਮਰਦੇ ਹਨ। ਗੋਕੇ ਦਿਨ ਰਾਤ ਪਰ ਪੇਟ ਨਾ ਭਰਦੇ ਹਨ। ਕੀਰਤੀ ਦੀ ਛਾਤੀ ਤੇ ਇਹ ਮੂੰਗ ਪਈ ਟਲਦੀ ਹੈ। ਰਤ ਪੀ ਲਿਸਿਆ ਦੀ ਇਹਦੀ ਗੋਗੜ ਪਲਦੀ ਹੈ। ਬਿਜਲੀ ਦੇ ਲਾਟੂ ਜੋ ਇਸਦੇ ਘਰ ਜਗਦੇ ਹਨ, ਉਹ ਲੈਣ ਗਰੀਬਾਂ ਦੇ ਕੱਢੇ ਹੋਣ ਲੱਗਦੇ ਹਨ। ਖਲ ਲਾ ਲੋਕਾਂ ਦੀ ਇਹ ਸੁੱਟ ਸੁਆਉਂਦੀ ਹੈ। ਪੀ ਮਜ਼ਦੂਰਾਂ ਨੂੰ ਇਹ ਪਾਊਡਰ ਲਾਉਂਦੀ ਹੈ। ਆ ਕੇ ਇਸ ਚੰਦਰੀ ਨੇ ਹੋਣੀ ਵਰਤਾ ਦਿੱਤੀ, ਲਾਲੀ ਸਭ ਭਾਰਤ ਦੀ ਟੰਗ ਨਾਲ ਉੱਡਾ ਦਿੱਤੀ। ਤਾਂ ਇਸ ਕਵਿਤਾ ਵਿੱਚ ਇਹ ਆਖਿਆ ਗਿਆ ਹੈ ਕਿ ਪਰਿਵਾਰ ਦੇ ਸਾਰੇ ਲੋਕ ਦਿਨ ਭਰ ਮਰ ਕੇ ਕੰਮ ਕਰਦੇ ਹਨ, ਫਿਰ ਵੀ ਸਾਰੇ ਭੁੱਖੇ ਮਰਦੇ ਹਨ। ਤੇ ਇਸ ਨਵੀਂ ਸੱਭਿਅਤਾ ਵਿੱਚ ਸਭ ਨੂੰ ਰੱਜ ਕੇ ਰੋਟੀ ਨਹੀਂ ਮਿਲਦੀ ਤੇ ਅਮੀਰਾਂ ਦੇ ਘਰ ਜਿਹੜੀ ਬਿਜਲੀ ਦੇ ਲੱਟੂਆਂ ਦੀ ਰੋਸ਼ਨੀ ਦੀ ਭਰਮਾਰ ਹੈ, ਇਹ ਇੰਝ ਲੱਗਦੇ ਹਨ ਜਿਵੇਂ ਉਹ ਗਰੀਬਾਂ ਦੀਆਂ ਅੱਖਾਂ ਕੱਢੀਆਂ ਹੋਈਆਂ ਹਨ। ਉਹਨਾਂ ਦੀਆਂ ਹੱਡੀਆਂ ਨੂੰ ਪੀਹ ਕੇ ਮਜ਼ਦੂਰਾਂ ਦੀ ਕਮਾਈ ਦਾ
ਹੱਕ ਮਾਰ ਕੇ ਨਵੀਂ ਸੱਭਿਅਤਾ ਮੂੰਹ 'ਤੇ ਪਾਊਡਰ ਲਾਉਂਦੀ ਹੈ, ਆਪਣਾ ਮੂੰਹ ਮੱਥਾ ਸੁਆਰਦੀ ਹੈ ਤੇ ਇਸ ਚੰਦਰੀ ਨਵੀਂ ਸੱਭਿਅਤਾ ਨੇ ਆ ਕੇ ਅਜਿਹੀ ਹੋਣੀ ਵਰਤਾਈ ਹੈ ਕਿ ਭਾਰਤ ਦੇ ਚਿਹਰੇ ਉੱਤੇ ਪੁਰਾਣੀ ਸੱਭਿਅਤਾ ਦੀ ਲਾਲੀ ਭਾਵ ਪੁਰਾਣੀ ਸ਼ਾਨ ਖਤਮ ਕਰ ਦਿੱਤੀ ਹੈ। ਤੀਜੀ ਕਵਿਤਾ ਹੈ ਪਿਛਲੇ ਵਰਿਆਮਾਂ ਦੇ ਹੁਣ ਨਵੇਂ ਰਹਿ ਗਏ ਹਨ, ਪਹਿਲੀ ਦੀ ਵਾਟ ਕਰਨ ਤਾਂ ਕੋਠੀ ਚਲਦੀ ਹੈ, ਮੂੰਗੀ ਦੀ ਦਾਲ ਪਈ ਨਾ ਢਿੱਡ ਵਿੱਚ ਗਲਦੀ ਹੈ। ਇਹ ਬਿਜਲੀ ਕੜਕ ਪਈ ਭਾਰਤ ਦੇ ਵੇਸਾਂ 'ਤੇ, ਇਸ ਕੈਂਚੀ ਤਰ ਦਿੱਤੀ ਕੁੜੀਆਂ ਦੀਆਂ ਕੇਸਾਂ 'ਤੇ। ਕੀ ਹੈ ਤਹਿਜ਼ੀਬ ਨਵੀਂ ਟਿੱਕਾ ਬਦਨਾਮੀ ਦਾ, ਹਿੰਦ ਦੇ ਗਲ ਲਟਕ ਰਿਹਾ ਇਹ ਤੋਕ ਗੁਲਾਮੀ ਦਾ। ਤੇ ਇਹ ਸਾਡੀ ਲਾਸਟ ਕਵਿਤਾ ਹੈ ਤੇ ਇਸ ਦੀ ਵਿਆਖਿਆ ਹੈ, ਪੁਰਾਣੇ ਸਮੇਂ ਦੇ ਬਹਾਦਰਾਂ ਸੁਰਸੀਆਂ ਜਿਹੀਆਂ ਆਧੁਨਿਕ ਨਵੀਂ ਸੁਰਮੀਆਂ ਨੇ ਸਿਰਫ ਨਾ ਹੀ ਰਹਿ ਗਏ ਹਨ, ਉਹਨਾਂ ਜਿਹਾ ਬਹਾਦਰ ਨਹੀਂ ਹੈ। ਆਧੁਨਿਕ ਨਵੀਂ ਪੱਛਮੀ ਸੱਭਿਅਤਾ ਵਿੱਚ ਕੋਈ ਨੌਜਵਾਨ ਦਿਖਾਈ ਨਹੀਂ ਦਿੰਦਾ। ਵਰਤਮਾਨ ਨਵੀਂ ਸੱਭਿਅਤਾ ਵਿੱਚ ਭਾਰਤ ਪੁਰਾਣੇ ਪਹਿਰਾਵੇ ਇਸ ਪ੍ਰਕਾਰ ਅਲੋਪ ਹੋ ਗਏ ਹਨ ਜਿਵੇਂ ਉਹਨਾਂ ਉੱਤੇ ਕੋਈ ਅਸਮਾਨੀ ਬਿਜਲੀ ਡਿੱਗ ਪਈ ਹੋਵੇ। ਉਹ ਸਾਰੇ ਮੁੜ ਕੇ ਸੁਆਹ ਹੋ ਗਏ ਹਨ। ਇਸ ਲਈ ਹੁਣ ਨਵੇਂ ਪੱਛਮੀ ਤਰੀਕਿਆਂ ਦੇ ਫੈਸ਼ਨ ਚੱਲ ਪਏ ਹਨ। ਭਾਰਤ ਦੀ ਪੁਰਾਣੀ ਸੱਭਿਅਤਾ ਵਿੱਚ ਕੁੜੀਆਂ ਦੇ ਲੰਬੇ ਵਾਲਾਂ ਨੂੰ ਪ੍ਰਸੰਗ ਸਿਰਫਤਾਂ ਭਰੀ ਨਜ਼ਰ ਨਾਲ ਵੇਖਿਆ ਜਾਂਦਾ ਸੀ, ਪਰ ਇਸ ਨਵੀਂ ਪੱਛਮੀ ਸੱਭਿਅਤਾ ਨੇ ਕੁੜੀਆਂ ਦੇ ਵਾਲਾਂ ਵਿੱਚ ਕੈਂਚੀ ਲਗਾ ਦਿੱਤੀ ਤੇ ਹੁਣ ਕੁੜੀਆਂ ਛੋਟੇ ਬਾਲ ਕਰਕੇ ਘੁੰਮਦੀ ਹੈ। ਕਵੀ ਮੁਤਾਬਕ ਇਹ ਨਵੀਂ ਪੱਛਮੀ ਸੱਭਿਅਤਾ ਭਾਰਤ ਦੇ ਮੱਥੇ ਉੱਤੇ ਲੱਗਾ ਹੋਇਆ ਹੈ ਬਦਨਾਮੀ ਦਾ ਟਿੱਕਾ, ਜਾਂ ਇਸ ਨੂੰ ਭਾਰਤ ਦੇ ਗਲ ਵਿੱਚ ਲਮਕਦਾ ਗੁਲਾਮੀ ਦਾ ਪੱਠਾ ਸਮਝਣਾ ਚਾਹੀਦਾ ਹੈ। ਤੇ ਹੁਣ ਅਸੀਂ ਇਹ ਪਾਠ ਦੀ 5 ਕਵਿਤਾਵਾਂ ਪੜ੍ਹ ਲਈ ਹਨ ਤੇ ਇਸ ਦੀ ਵਿਆਖਿਆ ਵੀ ਕਰ ਲਈ ਹਨ ਤੇ ਵਿਧਾਤਾ ਸਿੰਘ ਧੀਰ ਦੀ ਸ਼ਖਸੀਅਤ ਅਤੇ ਰਚਨਾ ਵੀ ਪੜ੍ਹ ਲਈ ਹਨ। ਵੀਡੀਓ ਅੱਛੀ ਲੱਗੀ ਹੋ ਤਾਂ ਲਾਈਕ ਕਰਨਾ, ਸ਼ੇਅਰ ਕਰਨਾ ਤੇ ਇਸ ਬੁੱਕ ਦੀ ਹੋਰ ਵੀ ਵੀਡੀਓਜ਼ ਚਾਹੀਦੀਆਂ ਤਾਂ ਸਾਡੇ ਚੈਨਲ ਵਿੱਚ ਦਿੱਤੀ ਹੋਈ ਹੈ, ਸਬਸਕ੍ਰਾਈਬ ਜ਼ਰੂਰ ਕਰਨਾ। ਧੰਨਵਾਦ।